Hello students, today we are going to discuss our next topic, elasticity of demand. So first of all, what is elasticity of demand? Elasticity of demand means it measures the responsiveness of the quantity demanded of a good or a product to change in its price. ठीक है जी, प्राइस ऑफ द अदर गुड्स एंड सर्विसेज चेंज इन द कंज्यूमर्स इनकम। डैट मीनस कि अभी ਇਹ ਦੇਖਦੇ ਆ ਵੀ ਕਿਸੇ ਪ੍ਰੋਡਕਟ ਦਾ ਪ੍ਰਾਈਸ ਚੇਂਜ ਹੋਣ ਦੇ ਨਾਲ ਉਹਦੀ ਡਿਮਾਂਡ ਦੇ ਵਿੱਚ ਕਿੰਨਾ ਚੇਂਜ ਆਊਗਾ। ਠੀਕ ਹੈ ਜੀ। okay, types of elasticity of demand. There are basically three types: price elasticity, income elasticity, and cross elasticity. So we discuss only price elasticity of demand. So what is price elasticity of demand? Price elasticity of demand mean percentage change in its demand due to percentage change in its price. ठीक है जी, भी किन्ने परसेंट ਉਹਦੇ ਪ੍ਰਾਈਸ ਚੇਂਜ ਆਇਆ ਐਸ ਰਿਜ਼ਲਟ ਪ੍ਰਾਈਸ ਚੇਂਜ ਹੋਣ ਨਾਲ ਉਹਦੀ ਡਿਮਾਂਡ ਦੇ ਵਿੱਚ ਕਿੰਨੇ ਪਰਸੈਂਟ ਚੇਂਜ ਆ ਗਿਆ। ਸੋ ਫਾਰਮੂਲਾ ਰਜੇ ਦਾ ਹੈਗਾ ਈ ਡੀ ਇਲਾਸਟਿਸਿਟੀ ਆਫ ਡਿਮਾਂਡ ਇਕੁਅਲ ਟੂ ਮਾਈਨਸ ਸਾਈਨ ਆਪਾਂ ਅੱਗੇ ਲਗਾਉਣਾ ਹੀ ਲਗਾਉਣਾ ਇਹਦੇ। ਸੋ ਪਰਸੈਂਟੇਜ ਚੇਂਜ ਇਨ ਕੁਆਂਟਿਟੀ ਡਿਮਾਂਡਡ ਓਵਰ ਪਰਸੈਂਟੇਜ ਚੇਂਜ ਇਨ ਇਟਸ ਪ੍ਰਾਈਸ। So there are degrees of the elasticity of demand. There are basically 5 degrees. First of all, perfectly elastic. Perfectly elastic mean a small change in its price brings infinity change in demand. That means कि है रजे भी जेकर एक प्रोडक्ट के प्राइस ਦੇ ਥੋੜਾ ਜਿਹਾ ਵੀ ਚੇਂਜ ਆਉਂਦਾ, ਚਾਹੇ ਉਹ ਥੋੜਾ ਜਿਹਾ ਵੱਧਦਾ ਚਾਹੇ ਉਹ ਥੋੜਾ ਜਿਹਾ ਘਟਦਾ, ਉਹਦੇ ਨਾਲ ਡਿਮਾਂਡ ਦੇ ਵਿੱਚ ਇਨਫਿਨਿਟੀ ਚੇਂਜ ਆ ਜਾਂਦਾ ਔਰ ਜਾਂ ਫਿਰ ਉਹ ਜ਼ੀਰੋ ਹੋ ਜਾਂਦੀ ਹੈ। ਇਲਾਸਟਿਕ ਮਤਲਬ ਜਿਵੇਂ ਹੁੰਦਾ ਹੈਗਾ ਰਾਜੇ ਪਰਫੈਕਟਲੀ ਇਲਾਸਟਿਕ ਦਾ ਮਤਲਬ ਕਿ ਜਿਹੜਾ ਸਟੈਚੇਬਲ ਹੁੰਦਾ, ਜਿਵੇਂ ਆਪਣਾ ਇਲਾਸਟਿਕ ਹੁੰਦੀ ਹੈ। ਠੀਕ ਹੈ, ਹੁਣ ਆਪਾਂ ਜਿੰਨਾ ਮਰਜ਼ੀ ਚਾਹੀਏ ਉਹ ਖਿੱਚ ਸਕਦੇ ਹਾਂ। ਸੇਮ ਚੀਜ਼ ਪਰਫੈਕਟਲੀ ਇਲਾਸਟਿਕ ਮਤਲਬ ਜਿਹੜੀ ਜਿੱਥੋਂ ਤੱਕ ਮਰਜ਼ੀ ਚਾਹੀਏ ਆਪਾਂ ਉਹਨੂੰ ਸਟਰੈਚੇਬਲ ਹੈ, ਮਤਲਬ ਆਪਾਂ ਨੂੰ ਸਟਰੈਚ ਕਰ ਸਕਦੇ ਹਾਂ। ਸੋ ਜੇਕਰ ਪ੍ਰਾਈਸ ਵਿੱਚ ਥੋੜ੍ਹਾ ਜਿਹਾ ਵੀ ਚੇਂਜ ਆਊਗਾ ਰਾਜੇ ਤਾਂ ਉਹ ਜਿਹੜੀ ਉਹਦੀ ਡਿਮਾਂਡ ਆ ਪ੍ਰੋਡਕਟ ਦੀ ਉਹ ਕੀ ਹੋ ਜੂਗੀ, ਇਨਫਿਨਿਟੀ ਹੋ ਜੂਗੀ ਜਾਂ ਜ਼ੀਰੋ ਹੋ ਜਾਣੀ ਹੈ। ਠੀਕ ਹੈ ਜੀ। ਸੋ ਇਹਨੂੰ ਆਪਾਂ ਡਾਇਗਰਾਮ ਦੇ ਥਰੂ ਰਿਪਰੈਜ਼ੈਂਟ ਕਰਦੇ ਹਾਂ। ਇਹਦੇ 'ਚ ਡਾਇਗਰਾਮ ਕਿਵੇਂ ਬਣੂਗੀ ਰਾਜੇ, ਜਿਵੇਂ ਓ ਐਕਸਿਸ ਓ ਵਾਈ। ਠੀਕ ਹੈ ਜੀ। ਓ ਐਕਸਿਸ 'ਤੇ ਰਾਜੇ ਆਪਾਂ ਕੁਆਂਟਿਟੀ ਲਿਖਾਂਗੇ, ਕੁਆਂਟਿਟੀ ਡਿਮਾਂਡ, ਦੈਨ ਹੇਅਰ ਇਜ਼ ਪ੍ਰਾਈਸ। ਠੀਕ ਹੈ ਜੀ। ਸਪੋਜ਼ ਕਰੋ ਜੇ ਪ੍ਰਾਈਸ ਇੱਥੇ ਹੈ ਰਾਜੇ, मतलब प्राइस तो थोड़ा शिफ्ट होगा ऊपर जो नीचे होगा तो डिमांड इन्फिनिटी हो जानी। इन्फिनिटी मीनस पैरेलल टू ओ एक्स। ठीक है जी, स्ट्रेट हो जानी है बिल्कुल। सो इतने लास्ट डिग्री की आऊगी राजे अपने को इन्फिनिटी, ये इन्फिनिटी का साइन है। ठीक है जी। सो इतने आप रिप्रजेंट किदा कर सकते भी ओ एक्सिस से आप क्वांटिटी लै रहे हैं, ओ वाई तो आप वी टेक प्राइस। ठीक है जी। वैन द स्मॉल चेंज इन प्राइस ब्रिंग्स demand change in demand infinity or demand become zero. So here elasticity of demand equal to or parallel to OX. Second is perfectly inelastic. ਇਨਇਲਾਸਟਿਕ ਮੀਨਸ ਓਬਵੀਅਸਲੀ ਉਹਦੇ ਆਪੋਜ਼ਿਟ ਹੈ ਰਾਜੇ, ਜਿਹਨੂੰ ਆਪਾਂ ਸਟਰੈਚ ਨਹੀਂ ਕਰ ਸਕਦੇ, ਜਿਹਨੂੰ ਆਪਾਂ ਇਨਕਰੀਜ਼ ਨਹੀਂ ਕਰ ਸਕਦੇ। ਠੀਕ ਹੈ ਜੀ। ਸੋ ਪਰਫੈਕਟਲੀ ਇਨਇਲਾਸਟਿਕ ਦਾ ਮਤਲਬ ਹੋ ਗਿਆ ਜਿਵੇਂ ਕਹਿ ਲਓ ਵੀ ਪ੍ਰਾਈਸ ਦੇ ਵਿੱਚ ਜਿੰਨਾ ਮਰਜ਼ੀ ਚੇਂਜ ਆਈ ਜਾਵੇ ਰਾਜੇ ਉਹਦੀ ਡਿਮਾਂਡ ਦੇ ਵਿੱਚ ਕੋਈ ਚੇਂਜ ਨਹੀਂ ਆਊਗਾ। ਠੀਕ ਹੈ ਜੀ। ਨੋ ਚੇਂਜ ਇਨ ਡਿਮਾਂਡ ਡਿਊ ਟੂ ਚੇਂਜ ਇਨ ਇਟਸ ਪ੍ਰਾਈਸ। no change in demand due to change in its price। ठीक है जी। डैट मीनस की है राजे भी प्राइस जिन्ना मर्जी चेंज आई जाए बट वो डिमांड स्टेबल रहूगी, कॉन्सटेंट रहूगी।
ਦਿਸ ਹੈਪਨਸ ਓਨਲੀ ਇਨ ਦ ਕੇਸ ਆਫ ਦ ਨਸੈਸਰੀ ਗੁਡਸ। ਨਸੈਸਰੀ ਗੁਡਸ ਉਹ ਵਾਲੀਆਂ ਗੁਡਸ ਹੁੰਦੀਆਂ ਨੇ ਜੀ ਜਿਹੜੀਆਂ ਕਿ ਆਪਣੇ ਡੇਲੀ ਲਾਈਫ ਦੇ ਲਈ ਜ਼ਰੂਰੀ ਹੈ, ਜਿਨ੍ਹਾਂ ਤੋਂ ਬਿਨਾਂ ਆਪਣੀ ਲਾਈਫ ਪੋਸੀਬਲ ਨਹੀਂ ਹੈਗੀ, ਲਾਈਕ ਫੂਡ ਹੈ, ਸੋਲਟ ਹੈ, ਠੀਕ ਹੈ ਜੀ, ਸ਼ੂਗਰ ਹੈ, ਮਿਲਕ ਹੈ। ਸੋ ਇਹਨਾਂ ਦਾ ਪ੍ਰਾਈਸ ਜਿੰਨਾ ਮਰਜ਼ੀ ਹੋ ਜਾਏ ਰਾਜੇ, ਆਪਣਾ ਜਿਹੜੀ ਡਿਮਾਂਡ ਹੈ ਨਾ ਉਹ ਮੋਸਟਲੀ ਸਟੇਬਲ ਰਹਿੰਦੀ ਹੈ, ਕੌਨਸਟੈਂਟ ਰਹੂਗੀ। ਸੇਮ ਚੀਜ਼ ਰਾਜੇ ਇੱਥੇ ਆਪਾਂ ਪ੍ਰਾਈਸ ਲੈ ਲਾਂਗੇ, ਠੀਕ ਹੈ ਜੀ, ਅਤੇ ਇੱਥੇ ਆਪਾਂ ਡਿਮਾਂਡ ਲੈ ਲਾਂਗੇ, ਕੁਆਂਟੀਟੀ ਡਿਮਾਂਡਡ। ਹੁਣ ਦੇਖੋ ਜੇਕਰ ਪ੍ਰਾਈਸ ਇੰਨਾ ਰਾਜੇ, ਠੀਕ ਹੈ, ਤਾਂ ਉਦੋਂ ਡਿਮਾਂਡ ਆਪਣੀ ਕਿੰਨੀ ਹੈ, ਇੱਥੇ ਹੈ, ਠੀਕ ਹੈ ਜੀ। ਹੁਣ ਜੇ ਪ੍ਰਾਈਸ ਉਹਦਾ ਵੱਧ ਕੇ ਇੱਥੇ ਹੋ ਜਾਂਦਾ ਤਾਂ ਵੀ ਡਿਮਾਂਡ ਉੱਥੇ ਰਹੂਗੀ, ਜੇ ਪ੍ਰਾਈਸ ਘੱਟ ਕੇ ਇੱਥੇ ਹੋ ਜਾਂਦਾ ਤਾਂ ਵੀ ਡਿਮਾਂਡ ਉੱਥੇ ਰਹੂਗੀ। ਇਹਦਾ ਮਤਲਬ ਕੀ ਹੈ ਰਾਜੇ ਜੀ, ਜਿਹੜੀ ਡਿਮਾਂਡ ਹੈਗੀ ਆ ਨਾ ਉਹ ਪ੍ਰਾਈਸ ਇੱਥੇ ਹੋ ਜੇ, ਮੰਨ ਲਓ ਕਿ P ਸੀਗਾ, ਆ P1 ਹੋ ਗਿਆ, P2 ਹੋ ਗਿਆ। ਪਹਿਲਾਂ ਪ੍ਰਾਈਸ ਇੰਨਾ ਸੀ, ਫਿਰ ਪ੍ਰਾਈਸ ਇੰਨਾ ਹੋ ਗਿਆ, ਫਿਰ ਪ੍ਰਾਈਸ P2 ਇੱਥੇ ਆ ਗਿਆ। ਪ੍ਰਾਈਸ ਜਿੰਨਾ ਮਰਜ਼ੀ ਵਧੇ ਘਟੇ, ਠੀਕ ਹੈ, ਬਟ ਉਹਦੇ ਨਾਲ ਜਿਹੜੀ ਡਿਮਾਂਡ ਹੈਗੀ ਉਹਦੇ 'ਤੇ ਕੋਈ ਇਫੈਕਟ ਨਹੀਂ ਪਊਗਾ। ਸੋ ਇੱਥੇ ਜਿਹੜੀ ਇਲਾਸਟਿਸਿਟੀ ਦੀ ਜਿਹੜੀ ਡਿਗਰੀ ਹੈ ਰਾਜੇ ਉਹ ਕੀ ਹੋਊਗੀ, 0। ਕੋਈ ਫਰਕ ਨਹੀਂ ਹੈਗਾ, ਇਲਾਸਟਿਸਿਟੀ ਹਮੇਸ਼ਾ ਕੌਨਸਟੈਂਟ ਰਹਿੰਦੀ ਹੈ। ਓਕੇ, ਥਰਡ ਰਾਜੇ ਹੈਗਾ ਤੁਹਾਡੇ ਕੋਲ ਯੂਨਿਟਰੀ ਇਲਾਸਟਿਕ। ਯੂਨਿਟਰੀ ਇਲਾਸਟਿਕ ਕੀ ਹੁੰਦਾ ਹੈ? ਯੂਨਿਟਰੀ ਮਤਲਬ ਸੇਮ, ਠੀਕ ਹੈ ਜੀ। ਪਰਸੈਂਟੇਜ ਚੇਂਜ ਇਨ ਡਿਮਾਂਡ ਇਕੁਅਲਸ ਟੂ percentage change in its price, ਡੈਟ ਮੀਨਸ ਕੀ ਹੈ ਵੀ ਉਹਦੇ ਡਿਮਾਂਡ ਦੇ ਵਿੱਚ ਜਿੰਨਾ ਮਰਜ਼ੀ ਚੇਂਜ ਆਉਂਦਾ, ਜਿਹੜਾ ਵੀ ਉਹਦੇ ਪ੍ਰਾਈਸ ਚੇਂਜ ਆਊਗਾ ਉਨਾ ਹੀ % ਹੀ ਉਹਦੀ ਡਿਮਾਂਡ ਚੇਂਜ ਆਊਗਾ। ਸਪੋਜ਼ ਕਰੋ ਲਾਈਕ ਕਿਸੇ ਚੋਕਲੇਟ ਦਾ ਜਿਹੜਾ ਪ੍ਰਾਈਸ ਹੈ, ਠੀਕ ਹੈ ਜੀ, ਜੇਕਰ ਉਹਨਾਂ ਨੇ 5% ਘਟਾਤਾ ਜੀ ਪ੍ਰਾਈਸ, ਠੀਕ ਹੈ, ਉਹ ਐਸੇ ਜਿਹੜੀ ਉਹਦੀ ਡਿਮਾਂਡ ਵਧੀ ਹੈ ਨਾ ਉਹ ਰਾਜੇ 5% ਹੀ ਵਧੀ ਆ, ਇਕੁਅਲ ਹੋ ਗਿਆ। ਜੇ ਹੁਣ ਆਪਾਂ ਇਲਾਸਟਿਸਿਟੀ ਦਾ ਫਾਰਮੂਲਾ ਪਰਸੈਂਟੇਜ ਚੇਂਜ ਇਨ ਪ੍ਰਾਈਸ ਕਿੰਨਾ 5% ਹੈ, ਦੂਜਾ ਕਿੰਨਾ ਉਹ ਵੀ 5 ਹੈ, ਕੱਟ ਕੇ ਕਿੰਨਾ ਆ ਗਿਆ ਰਾਜੇ ਆਪਣੇ ਕੋਲ 1 ਆ ਗਿਆ। ਅੰਡਰਸਟੈਂਡ? ਜੇਕਰ ਰਾਜੇ ਆਪਾਂ ਕਹਿੰਦੇ ਵੀ ਪ੍ਰਾਈਸ 5% ਘੱਟ ਗਿਆ ਤਾਂ ਡਿਮਾਂਡ 5% ਹੀ ਵਧੂਗੀ। ਜੇ ਪ੍ਰਾਈਸ 10% ਘਟੇਗੀ ਤਾਂ ਡਿਮਾਂਡ 10% ਹੀ ਵੱਧਦੀ, ਜਿੱਥੇ ਉਹ ਯੂਨਿਟਰੀ ਇਲਾਸਟਿਕ ਆ ਜਾਂਦਾ। ਸੋ ਆਪਣੇ ਕੋਲ ਕਿੰਨੀ ਆ ਜੂਗੀ ਰਾਜੇ, ਇਹ 1 ਆ ਗਿਆ। ਸੋ ਇਹਦਾ ਡਾਇਗਰਾਮ ਕੀ ਦੇਖੋ ਕਿੱਦਾਂ ਬਣੂਗਾ। ਡਿਮਾਂਡ ਪ੍ਰਾਈਸ, ਠੀਕ ਹੈ ਜੀ। ਦੇਖੋ ਜੇਕਰ ਪ੍ਰਾਈਸ ਇੱਥੇ ਹੈ ਤਾਂ ਜੇ ਆਪਣੇ ਕੋਲ ਤਾਂ ਡਿਮਾਂਡ ਇੰਨੀ ਆ, ਠੀਕ ਹੈ। ਹੁਣ ਦਾ ਜੀ ਕੀ ਹੈ, ਜੇ ਪ੍ਰਾਈਸ ਇੱਥੋਂ ਹੋ ਗਿਆ ਆਪਣੇ ਕੋਲੇ, ਠੀਕ ਹੈ ਜੀ, ਇਕੁਅਲ ਹੋਣਾ ਹੈਗਾ, ਜਿੰਨੇ % ਪ੍ਰਾਈਸ ਵਧਿਆ ਹੈਗਾ, ਠੀਕ ਹੈ ਜੀ, ਉਨੇ % ਆਪਣੀ ਡਿਮਾਂਡ ਘੱਟ ਜੂਗੀ। ਜਿਵੇਂ ਇਹਨਾਂ ਨੇ ਇੱਥੇ ਦੇਖੋ ਜੇ ਪ੍ਰਾਈਸ ਆਪਣਾ 5% ਘਟਿਆ, ਠੀਕ ਹੈ, ਡਿਮਾਂਡ ਕੀ ਹੈ ਰਾਜੇ ਉਹ 5% ਵੱਧ ਗਈ। ਜਿਉਂ ਜੇ ਪ੍ਰਾਈਸ ਜਿਹੜਾ ਹੈਗਾ 5% ਵਧੂਗਾ ਰਾਜੇ ਤਾਂ ਡਿਮਾਂਡ ਓਬਵੀਅਸਲੀ 5% ਘਟੂਗੀ, ਠੀਕ ਹੈ ਜੀ। ਸੋ ਜੇ ਇਹ ਇੱਥੋਂ 5% ਵੱਧ ਗਿਆ ਰਾਜੇ ਤਾਂ ਇੱਥੋਂ 5% ਘੱਟ ਗਈ ਡਿਮਾਂਡ। ਸੋ ਜਿਹੜਾ ਇਹ ਵਾਲਾ ਪੋਰਸ਼ਨ ਹੋਊਗਾ ਨਾ ਰਾਜੇ ਇਕੁਅਲ ਪੋਰਸ਼ਨ ਹੋਊਗਾ, ਸੇਮ ਹੋਊਗਾ। ਜਦੋਂ ਤੁਸੀਂ ਡਰੋ ਕਰੋਗੇ ਡਾਇਗਰਾਮਸ ਵਿਦ ਹੈਲਪ ਆਫ ਦਾ ਲਾਈਕ ਸਕੇਲ, ਠੀਕ ਹੈ, ਦੈਨ ਟੇਕ ਇਕੁਅਲ ਮੈਜ਼ਰਸ, ਠੀਕ ਹੈ ਜੀ। ਇਹਦਾ ਜਿਹੜਾ ਪੋਰਸ਼ਨ ਹੋਊਗਾ ਜੋ ਸੇਮ ਹੋਊਗਾ। ਸੋ ਜਦੋਂ ਆਪਾਂ ਇਹਨੂੰ ਜੋਟ ਡਾਊਨ ਕਰਦੇ ਹਾਂ ਰਾਜੇ ਇਸ ਤਰ੍ਹਾਂ ਡਿਮਾਂਡ ਕਰਵ ਬਣ ਗਿਆ ਆਪਣਾ ਇਹ, ਇੱਥੇ ਇਲਾਸਟਿਸਿਟੀ ਡਿਗਰੀ ਕੀ ਹੈ 1, ਕਿਉਂਕਿ ਆਪਣੇ ਕੋਲ 1 ਆਉਂਦਾ। ਓਕੇ, ਫੋਰਥ ਹੈਗਾ ਜੀ more than unitary elasticity of demand, ਇਲਾਸਟਿਕ ਡਿਮਾਂਡ, ਠੀਕ ਹੈ। ਇਹਦੇ 'ਚ ਕੀ ਹੋਊਗਾ ਰਾਜੇ, ਮੋਰ ਦੈਨ ਮਤਲਬ ਯੂਨਿਟਰੀ ਤੋਂ ਜ਼ਿਆਦਾ, ਮੋਰ ਦੈਨ, ਠੀਕ ਹੈ ਜੀ। ਡੈਟ ਮੀਨਸ ਕਿ ਰਾਜੇ ਪਰਸੈਂਟੇਜ ਚੇਂਜ in its demand is more than the percentage change in its price। ਡੈਟ ਮੀਨਸ ਕਿ ਵੀ ਜਿੰਨੇ % ਉਹਦੀ ਡਿਮਾਂਡ ਚੇਂਜ ਹੋਊਗਾ ਉਹ ਬਹੁਤ ਜ਼ਿਆਦਾ ਹੋਊਗਾ, ਜਿੰਨੇ % ਉਹਦੇ ਪ੍ਰਾਈਸ ਚੇਂਜ ਹੋਊਗਾ। ਮਤਲਬ ਪ੍ਰਾਈਸ ਜਿਹੜਾ ਡਿਮਾਂਡ ਚੇਂਜ ਆ ਉਹ ਪ੍ਰਾਈਸ ਨਾਲੋਂ
ज़्यादा आऊगा। सपोज करो भी जिमें कंपनी है जो उन्हें जो किसी प्रोडक्ट का प्राइस है ना वो 20% घटाया, सॉरी 10% घटाता, बट जी उसकी डिमांड है राजे वो 20% इनक्रीज़ होगी। अंडरस्टैंड। सो जो तुम इनू कटोगे राजे तो अपने को लास्ट डिग्री की बनूगी परसेंटेज चेंज कितने 10% चेंज इन डिमांड, ठीक है जी। उपर 20 ड्यू टू परसेंटेज इन प्राइस कट के कितना आ गया राजे 2। डैट मीनस अपने को लास्ट यूनिटरी कितनी वैल्यू होंगी, यूनिटरी की एक होंगी हैगी अपने को, बट इतने अपन कितना आ गया 2, ये मतलब मोर दैन है ये, ठीक है जी। सो ये डायग्राम देखो राजे, सेम इत्थे ओ एक्स ओ वाई, इत्थे अपने को राजे आ जाएगी डिमांड, इत्थे आ जाऊगा प्राइस। हुण देखो मोर दैन आ, ठीक है जी। जे प्राइस इन्ना राजे तो अपने को डिमांड कितनी है इन्नी है, ठीक है। प्राइस हुण जे कह रहे भी इन्ना घटिया तो डिमांड एज रिजल्ट दुगनी वधूगी, ठीक है जी। सो इत्थे इलास्टिसिटी की डिग्री की है राजे ग्रेटर दैन है। सो नैक्सट लास्ट डिग्री है लैस दैन यूनिटरी इलास्टिक। ठीक है जी। ये की होगा राजे बिल्कुल ये सेम है, लाइक परसेंटेज चेंज इन डिमांड is less than the percentage change in its price, ठीक है। जिन्ने उहदे प्राइस चेंज आ रहा है ना उहदी डिमांड जिहड़ा चेंज आ रहा है प्राइस नालों घट आऊगा। ये अपोजिट कर दो पहले तरह, जेकर उन्होंने प्राइस जिहड़ा हैगा 20% घटाता, ठीक है, बट जिहड़ी डिमांड हैगी वो ओनली 10% ही इनक्रीज़ होगी, ठीक है जी। जे आपां इहदे डायग्राम बनाउणे आ, प्राइस है राजे इत्थे अपने को डिमांड आ जूगी, ठीक है जी। देखो जेकर प्राइस राजे इन्ना सीगा, डिमांड अपने को इन्नी है, ठीक है। प्राइस उन्होंने हुण ज़्यादा घटाता, मतलब प्राइस उन्होंने इन्ना घटाता, बट जी डिमांड वो एज कंपेयर बहुत घट इनक्रीज़ हुई है। सो डिमांड कर्व है, इलास्टिसिटी डिग्री लैस दैन 1 होगी। सो दीज आर द 5 डिग्रीज ऑफ द इलास्टिसिटी ऑफ डिमांड एंड इट इज़ वेरी इंपॉर्टेंट क्वेश्चन and hope you understand. Thank you.